ਸਾਡੇ ਦੀ ਤਰਫੋਂ तमाम ਦੋਸਤਾਂ ਨੂੰ ਸਲਾਮ ਆਣਾ। ਦੋਸਤੋ ਅੱਜ ਅਸੀਂ ਬੈਠੇ ਹਾਂ ਸਬ ਬ੍ਰਾਂਚ ਹੈ ਸਾਡੀ ਇੱਥੇ ਅਸੀਂ ਅਦਵਿਆਤ ਦੀ ਤਿਆਰੀ ਕਰਨੇ ਆ ਤੇ ਉਸ ਤੋਂ ਬਾਅਦ ਇੱਥੇ ਅਸਾਂ ਪੈਰ ਬੂਟੇ ਲਾਏ ਹੋਏ ਨੇ। ਇਹ ਮਰਿੰਗਾ ਅੰਗਰੇਜ਼ੀ ਵਿੱਚ ਤੇ ਆਮ ਜ਼ਬਾਨ ਵਿੱਚ ਸੁਆਂਝਣਾ ਬੜਾ ਮਸ਼ਹੂਰ ਹੈ। ਇਹਦੇ ਪੱਤਿਆਂ ਦਾ ਜਿਹੜਾ ਸਲੂਕ ਬਣਾ ਤੇ अगर वो खादा जाए तो इंसुलिन जी है टाइप 2 वाले की पूरी होती रहती है। टाइप 1 वास्ते और इकसाम बैन साडा जो शुगर का इलाज है वो असीं दो तरह का करने हैं, टाइप 1 का भी टाइप 2 का भी। हुण इहदे विच ये है कि जिहड़ा टाइप 1 है वो नस्ली तौर पर भी आ जाता है, लेकिन जिहड़ा टाइप 2 है उहदे मुख्तलिफ इकसाम है और मुख्तलिफ सिलसिले दे विच हुंदा है। ਉਹਦੇ ਵਾਸਤੇ ਅਸੀਂ ਇਹ ਕਰਨੇ ਆ ਕਿ ਤੁਸੀਂ ਆਪਣੀ ਪਹਿਲੇ ਤਸਵੀਰ ਛਿਕਾ ਲਓ। ਉਹਦੇ ਵਿੱਚ ਤੁਹਾਡੇ ਕੀ ਕੈਫੀਅਤ ਹੈ, ਤੁਹਾਡਾ ਚਿਹਰਾ ਸੜਿਆ ਹੋਇਆ ਸੁੱਕਿਆ ਹੋਇਆ ਜਿਸਮ ਹੈ, ਔਰ ਉਸ ਤੋਂ ਬਾਅਦ 1 ਮਹੀਨਾ ਸਾਡੀ ਦਵਾਈ ਖਾਣ ਤੋਂ ਬਾਅਦ ਆਪਣੀ ਤਸਵੀਰ ਮੁੜ ਛਿਕਾ ਤੇ ਸਾਨੂੰ WhatsApp ਤੇ ਕਰ ਦੇਵੇ। ਅਗਰ ਸੁਰਖ ਅਨਾਰ ਦੀ ਤਰ੍ਹਾਂ ਨਾ ਹੋਵੇ ਤਾਂ ਅਸੀਂ ਉਹਦੇ ਜ਼ਿੰਮੇਦਾਰ ਹੈ। ਇਹ ਸਾਡੀ ਦਵਾਈ ਸਿਰਫ ਇਨਸੂਲਿਨ ਬਣਾਉਣ ਦੇ ਕਾਬਲ ਲਬਲਬੇ ਨਹੀਂ ਕਰਦੀ ਹੈ। ਲਬਲਬਾ ਦੋ ਚੀਜ਼ਾਂ ਪੈਦਾ ਕਰਦਾ ਹੈ। एक चीज़ है कि जी इंसुलिन पैदा करती है और दूसरा वो ग्लूकोगोन कैमिकल होंगे जो निज़ाम हजम में चला आता है। वो अगर वो भी बंद हो जाए तो फिर थोड़ा जोड़ा आंतड़ियाँ हैं वो खुशक हो जाती ने तो उन्होंने जी हरारत दाफिया है वो ख़त्म होना शुरू हो जाती है और उस वजह तो खुश्की आ जाती है, मैदा काम नहीं करता, थिक सारा निज़ाम हो जाता है और उस एक थोड़ा मैदा थोड़ियाँ आंतड़ियाँ जो स्टिक तरह बड़िया आकड़ जाती है। ये शुगर का कितने महीने इलाज करते हैं? शुगर का जी क्योंकि टाइप 2 जोड़ा यदा असी 2 महीने इलाज करने हैं, 40-40 दिनों के 2 कोर्स करवाने हैं और जोड़ा टाइप 1 है वो 3 भी हो सकते हैं और वो 4 भी हो सकते हैं कंडीशन तो, क्योंकि वो कंडीशन वो ज़्यादा क्रिटिकल होंगी है। इस वजह तो असी वो 2 इजाफी करवाने हैं ताकि वो जी कुव्वत मुदाफिया है वो भी ज़्यादा हो जाए और वह लबलबा इस काबिल हो जाए दोबारा डिस्टर्ब ना हो। हाँ जी। अच्छा सर, तो वो अपना इस दौरान ਜਿਹੜੇ ਬੰਦੇ ਅੰਗਰੇਜ਼ੀ ਦਵਾਈ ਖਾਂਦੇ ਨੇ ਜਾਂ ਇਨਸੂਲਿਨ ਲਗਾਉਂਦੇ ਨੇ ਉਹ ਲਗਾਈ ਰੱਖਣੀ ਜਾਂ ਬੰਦ ਕਰਨੀ ਟੋਟਲ? ਜੀ ਇਨਸੂਲਿਨ ਤੇ ਅੰਗਰੇਜ਼ੀ ਦਵਾਈ ਤਾਂ ਖਾਣੀ ਨਹੀਂ ਨਾ ਜੀ। ਇਨਸੂਲਿਨ ਤੇ ਅੰਗਰੇਜ਼ੀ ਦਵਾਈ ਨਾਲ ਕੀ ਹੈ, ਇੰਨੇ ਸਾਲ ਖਾਂਦੇ ਰਹੇ ਨੇ ਤੋਂ ਦੇ ਨਾਲ ਬਜਾਏ ਤੁਸੀਂ ਆਪਣੀ ਮਰਜ਼ ਨੂੰ ਖਤਮ ਕਰਨ ਦੇ ਹੋਰ ਅਮਰਾਜ਼ ਦੇ ਮਰੀਜ਼ ਹੋ ਗਏ ਨੇ, ਜਿਵੇਂ ਕਿ ਅਸਾਬੀ ਕਮਜ਼ੋਰੀ ਦੇ ਤੁਸੀਂ ਮਰੀਜ਼ ਹੋ ਗਏ ਨੇ, ਉਸ ਤੋਂ ਹਟ ਤੇ ਤੁਸੀਂ ਆਪਣਾ ਕੁਵਤ ਬਾਦ ਦੇ ਮਰੀਜ਼ ਹੋ ਗਏ ਨੇ, ਮੈਦਾ ਕੰਮ ਨਹੀਂ ਕਰਦਾ ਤੇ ਉਹ ਚੀਜ਼ ਨੂੰ ਖਾਣ ਦਾ ਕੋਈ ਫਾਇਦਾ ਨਹੀਂ ਵੀ ਜਿਹੜਾ ਆਰਜ਼ੀ ਤੌਰ ਤੇ ਖਾਓ ਤੇ ਤੁਹਾਨੂੰ। ਅੱਛਾ ਸਰ, ਇੱਕ ਹੋਰ ਦੱਸੋ, ਦੂਸਰਾ ਤੁਹਾਡਾ ਬੜਾ ਮੁਜਰਬ ਨੁਸਖਾ ਹੈ ਵੈਸੀ ਕੇਅਰ ਸੈਂਟਰ ਵਾਲਿਆਂ ਦਾ ਬਲੱਡ ਪ੍ਰੈਸ਼ਰ, ਹਾਈ ਬਲੱਡ ਪ੍ਰੈਸ਼ਰ, ਉਹ ਕੀ ਦਵਾਈ ਹੈ? ਹਾਈ ਬਲੱਡ ਪ੍ਰੈਸ਼ਰ ਦੀ ਜੀ ਅਸੀਂ ਦੇਸੀ ਨਿੰਬੂਆਂ ਦੇ ਪਾਣੀ ਦੇ ਨਾਲ ਤੇ ਮਰਜਾਨ ਔਰ 3 ਜੜੀ ਬੂਟੀਆਂ ਹੋਰ ਹਨ ਜਿਨ੍ਹਾਂ ਦੇ ਮੁਰੱਕਬਾਤ ਦੇ ਜ਼ਰੀਏ ਅਸੀਂ ਇੱਕ ਸਫੂਫ ਤਿਆਰ ਕਰਨੇ ਉਹ 3 ਕਿਉਂ ਨਹੀਂ ਦੱਸਣੇ ਵੀ ਫਾਰਮੂਲਾ ਕੀ ਬਣੇ ਮੈਂ ਕਿਵੇਂ ਨਾ ਬਣਾਵਾਂ? हाँ जी, नीम हकीमां को बनना नहीं क्योंकि उनके है सारे जो मराहल हैं उन्होंने जरिए असी वो चीज़ बनाने हैं और ये साढ़े वड़के ही बनाते आए नो तो उस तो बाद असी ये काम शुरू किया है। तो वो जोड़ा है अल्लाह के फजल नाल 14 कैप्सूल असी देने हैं तो 14 कैप्सूलों के विच ही अल्लाह ताला उन्हें शफा दे देता है और वो वधदा नहीं, सारी जिंदगी नहीं वधना। शुगर का इलाज भी थोड़ा मुकम्मल है, बात है समझो कि आरजी तौर पर मुकम्मल पक्का इलाज है। इस तो बाद थानू इलाज कराने की जरूरत तो ब्लड प्रेशर के कैप्सूल कितने होंगे? 14 कैप्सूल जी असी देने हैं, फुल साइज कैप्सूल होंगे तो विचों दवाई खोल के खानी होंगी है, पानी के नाल लैनी है, चाहे रोटी खाने खाने तो पहले ले लो तो चाहे खाने खाने तो बाद ले लो। वो असी एक चूरन देने हैं, BP चूरन का नाम है और जायके चो मिठा होंदा है, सफ़ेद कलर होंदा है, वो जरूर असी नाल देने हैं। वो एक चुटकी 24 घंटे जरूर खानी। वो मैदे मसाने वास्ते होंदा है, ਤੁਹਾਡਾ ਮਸਾਨਾ ਮੈਦਾ ਤੁਹਾਡੇ ਜਿਹੜੀ ਹਰਾਰਤ ਗਜ਼ੀਜ਼ੀ ਵਧੀ ਹੋਈ ਹੈ, ਤੁਹਾਡੇ ਜਿਹੜਾ ਨਿਜ਼ਾਮ ਖਰਾਬ ਹੋਇਆ ਹੋਇਆ ਸ਼ੂਗਰ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਦੀ ਵਜ੍ਹਾ ਤੋਂ, ਉਹਨੂੰ ਵੀ ਉਹ ਠੀਕ ਕਰਦਾ ਹੈ। ਕਈ ਮਰੀਜ਼ ਤੁਹਾਡੇ 2-3 ਕੈਪਸੂਲ ਖਾਂਦੇ ਨੇ, 10-15 ਸਾਲ ਤੋਂ ਮਰੀਜ਼ ਹੁੰਦੇ ਨੇ, ਉਹ ਠੀਕ ਹੋ ਜਾਂਦੇ ਨੇ ਤੇ ਮੁੜ ਤੁਸੀਂ 14 ਕਿਉਂ ਹਰ ਇੱਕ ਨੂੰ ਦਿੰਦੇ? ਉਹ ਜੀ ਸਾਨੂੰ ਕੁਝ ਵੈਸੇ ਵੀ ਕਿਉਂਕਿ ਅਵੈਸੀ ਕੇਅਰ ਸੈਂਟਰ ਜਿਹੜਾ ਹੈ ਨਾ ਜੀ, ਅਵੈਸੀ ਦਵਾਖਾਨਾ ਇਹ ਸਖੀਆਂ ਦਾ ਦਰ ਹੈ
ਇੱਥੋਂ ਸਖਾਵਤ ਦੇ ਜ਼ਰੀਏ ਮਿਲਦੀ ਹੈ ਔਰ ਇਲਾਜ ਤੋਂ ਤਾਂ 3-4 ਕੈਪਸੂਲਾਂ ਨਾਲ ਹੀ ਹੋ ਜਾਂਦਾ ਹੈ। ਜਿਹੜੇ ਬਚ ਜਾਵਣ ਬਾਕੀ ਬਚ ਜਾਂਦੇ ਨੇ ਉਹ ਹੋਰ ਗਰੀਬ ਗੁਰਬਾ ਜਿਹੜੇ ਹਨ ਉਹਨਾਂ ਦੇ ਵਿੱਚ ਉਹ ਤਕਸੀਮ ਕਰਤੇ ਖੁਦ ਵੀ ਸਵਾਬ ਲੈ ਸਕਦੇ ਨੇ ਤੇ ਨਾਲ ਸਾਨੂੰ ਵੀ ਉਸ ਸਵਾਬ ਦੇ ਵਿੱਚ ਹਿੱਸੇਦਾਰ ਬਣਾ ਲਏ। ਠੀਕ ਠੀਕ। ਫੱਕੀ ਦੇ ਮੁਤਲਕ ਜਿਹੜਾ ਅਕਸੀਰੇ ਮਿਹਦੇ ਦੀ ਹੁੰਦੀ ਅਕਸੀਰੇ ਮਿਹਦਾ ਜੀ ਐਵੇਂ ਸਮਝ ਲਓ ਕਿ ਜਿਸ ਤਰ੍ਹਾਂ ਉਹਦਾ ਨਾਂ ਅਕਸੀਰ ਹੈ ਉਹ ਤੁਹਾਡੇ ਮਿਹਦੇ ਵਾਸਤੇ ਅਕਸੀਰ ਚੀਜ਼ ਹੈ। ਜਿਤਨੇ ਵੀ ਤੁਹਾਡੇ ਮਿਹਦੇ ਦੇ ਅਫਾਲ ਖਰਾਬ ਹੋ ਚੁੱਕੇ ਨੇ ਚਾਹੇ ਸ਼ੂਗਰ ਦੀ ਵਜ੍ਹਾ ਤੋਂ ਜਾਂ ਚਾਹੇ ਤੁਹਾਡੇ ਹਾਈ ਬਲੱਡ ਪ੍ਰੈਸ਼ਰ ਦੇ ਹੋਣ ਦੀ ਵਜ੍ਹਾ ਤੋਂ ਜਾਂ ਕਿ ਕੋਈ ਵੀ ਮਰਜ਼ ਨਹੀਂ ਹੈ ਤਾਂ ਉਹਦੇ ਬਾਵਜੂਦ ਤੁਹਾਡੀ ਕਬਜ਼ ਪੁਰਾਣੀ ਕਬਜ਼ ਹੈ ਉਹਦਾ ਇਲਾਜ ਸਿਰਫ ਅਕਸੀਰੇ ਮਿਹਦਾ ਹੀ। ਅਕਸੀਰੇ ਮਿਹਦਾ ਤੁਹਾਡੇ ਮਿਹਦੇ ਨੂੰ ਇਸ ਤਰ੍ਹਾਂ ਕਰਦੇ ਸੀ ਜਿਸ ਤਰ੍ਹਾਂ ਇੱਕ ਨੌਜਵਾਨ ਬੱਚੇ ਦਾ ਮਿਹਦਾ ਹੁੰਦਾ ਹੈ। ਜਿਹੜਾ ਬੰਦਾ ਜਿਹੜਾ ਮਰੀਜ਼ ਨਹੀਂ ਪਹੁੰਚ ਸਕਦਾ ਉਹ ਕੀ ਕਰੇ ਦਵਾਈ ਮੰਗਵਾਉਣ ਵਾਸਤੇ? ਜਿਹੜਾ ਜੀ ਇੱਥੇ ਨਹੀਂ ਪਹੁੰਚ ਸਕਦਾ ਉਹ ਬਜ਼ਰੀਆ ਡਾਕ ਆਪਣਾ ਐਡਰੈਸ ਲਿਖਵਾ ਸਕਦਾ ਹੈ। ਜਿਹੜੇ ਫੋਨ ਨੰਬਰ ਹਨ ਉਹਨਾਂ ਤੇ ਕਾਲ ਕਰਤੇ ਆਪਣੀ ਤਸ਼ਖੀਸ ਦੇ ਤੇ ਡਾਕਖਾਨਾ ਤਹਿਸੀਲ ਜ਼ਿਲ੍ਹਾ ਆਪਣਾ ਨਾਮ ਫੋਨ ਨੰਬਰ ਦੇਵੇ ਡਾਟਾ ਮੁਕੰਮਲ ਉਸ ਤੇ ਤੁਹਾਨੂੰ ਉੱਥੇ ਪਹੁੰਚ ਜਾਸੀ ਉੱਥੇ ਹੀ ਪੇਮੈਂਟ ਕਰਨੀ ਹੈ। ਹਾਂਜੀ ਔਰ ਇਸ ਤੋਂ ਹਟ ਤੇ ਜਿਹੜਾ ਹੈ ਜਿਹੜਾ ਇੱਥੇ ਆ ਜਾਂਦਾ ਹੈ ਉਹ ਅਸੀਂ ਕਮ ਕੀਮਤ 'ਚ ਦਿੰਦੇ ਹਾਂ ਜਾਂ ਉਹਦਾ ਕਿਰਾਇਆ ਖਰਚ ਛੱਡ ਦਿੰਦੇ ਹਾਂ। ਜਿਹੜਾ ਉੱਥੇ ਹੈ ਉੱਥੇ ਡਾਕ ਖਰਚ ਕੋਈ 100-200 ਰੁਪਏ ਦਾ ਵਿੱਚ ਫਰਕ ਪੈ ਜਾਂਦਾ। ਅੱਲਾਹ ਤਾਲਾ ਤੁਹਾਡਾ ਸਾਡਾ ਆਮੀਨ ਨਾਸਰ ਹੋਵੇ। ਅੱਲਾਹ।